Good morning, students. In this lecture, we discuss price rigidity and Zwicky-Kinked demand curve. A well-known theory formulate to explain the rigidity of price in oligopolistic market was advanced by Paul Zwicky in 1939. ਪੌਲ ਸਵੀਜ਼ੀ ਨੇ 1939 ਦੇ ਵਿੱਚ ਇੱਕ ਥਿਊਰੀ ਫਾਰਮੂਲੇਟ ਕੀਤੀ ਸੀ ਜੋ ਕਿ ਪ੍ਰਾਈਸ ਰਿਜਿਡਿਟੀ ਨੂੰ ਐਕਸਪਲੇਨ ਕਰਦੀ ਸੀ ਇਨ ਕੇਸ ਆਫ ਓਲੀਗੋਪੋਲਿਸਟਿਕ ਮਾਰਕੀਟਸ। ਇਹ ਥਿਊਰੀ ਕੁਝ ਅਜ਼ੰਪਸ਼ਨਸ 'ਤੇ ਬੇਸਡ ਸੀ। ਫਸਟ ਕਿ ਅਗਰ ਇੱਕ ਫਰਮ ਆਪਣੇ ਪ੍ਰਾਈਸ ਨੂੰ ਰਿਡਿਊਸ ਕਰਦੀ ਆ ਤਾਂ ਦੂਸਰੀ ਫਰਮ ਵੀ ਆਪਣੀ ਪ੍ਰਾਈਸਿਸ ਨੂੰ ਰਿਡਿਊਸ ਕਰ ਲੈਂਦੀ ਆ। ਸੈਕਿੰਡ, ਇਫ ਵਨ ਫਰਮ ਇਨਕਰੀਜ਼ ਇਟਸ ਪ੍ਰਾਈਸ ਅਦਰ ਫਰਮ ਵਿਲ ਨੋਟ ਫੋਲੋ ਪ੍ਰਾਈਸ ਇਨਕਰੀਜ਼। ਕਿ ਅਗਰ ਇੱਕ ਫਰਮ ਆਪਣੀ ਪ੍ਰਾਈਸ ਇਨਕਰੀਜ਼ ਕਰਦੀ ਆ ਤਾਂ ਦੂਸਰੀ ਫਰਮ ਉਸ 'ਤੇ ਰਾਈਵਲ ਫਰਮ ਉਸ ਦੇ ਕਾਰਨ ਆਪਣੀ ਪ੍ਰਾਈਸਿਸ ਨੂੰ ਇਨਕਰੀਜ਼ ਨਹੀਂ ਕਰਦੀ। ਥਰਡ ਇਜ਼ ਦੇਅਰ ਇਜ਼ ਐਨ ਐਸਟੈਬਲਿਸ਼ ਪ੍ਰੀਵੇਲਿੰਗ ਪ੍ਰਾਈਸ। ਫੋਰਥ, ਮਾਰਜਨਲ ਕੋਸਟ ਕਰਵ ਵਿਲ ਪਾਸ ਥਰੂ ਦੀ ਟੋਟਲ ਪੋਰਸ਼ਨ ਆਫ ਦੀ ਮਾਰਜਨਲ ਰੈਵਨਿਊ ਕਰਵ। ਕਿੰਕਡ ਡਿਮਾਂਡ ਕਰਵ ਨੂੰ ਅਸੀਂ ਫਿਗਰ 4 ਦੀ ਹੈਲਪ ਦੇ ਨਾਲ ਐਕਸਪਲੇਨ ਕਰਾਂਗੇ। ਫਿਗਰ ਏ ਦੇ ਵਿੱਚ ਸਮੋਲ ਡੀ ਡੈਸ਼ ਜਿਹੜੀ ਆ ਉਹ ਡਿਮਾਂਡ ਕਰਵ ਦੀ ਰੈਪਰਜੈਂਟ ਕਰ ਰਹੀ ਆ ਉਹ ਫਰਮ ਏ ਜੋ ਕਿ ਫੇਸ ਕਰਦੀ ਆ ਜਦੋਂ ਉਸ ਟਾਈਮ ਜਦੋਂ ਅਦਰ ਫਰਮਸ ਆਪਣੀ ਪ੍ਰਾਈਸਿਸ ਨੂੰ ਚੇਂਜਸ ਨਹੀਂ ਕਰਦੀਆਂ ਐਂਡ ਇਹ ਰੈਲੇਟਿਵਲੀ ਕੀ ਆ ਇਲਾਸਟਿਕ ਆ। ਐਂਡ ਡੀ ਡੈਸ਼ ਇਜ਼ ਦਾ ਡਿਮਾਂਡ ਕਰਵ of firm A face when the reduction in the price matched by competitive firm and it is relatively inelastic. Point C represent ਕਰਦਾ ਆ prevailing price quantity combination ਨੂੰ। And the effect of increase and decrease in the price may be summarized as follow. First is price reduction. अगर एक firm A अपने price ਨੂੰ ਘੱਟ ਕਰਦੀ ਆ ਮਾਰਕੀਟ ਪ੍ਰਾਈਸ ਦੈਟ ਇਜ਼ OP ਦੇ ਨਾਲੋਂ ਅਤੇ ਉਸਦੀ ਜਿਹੜੀ ਰਾਈਵਲ ਫਰਮਸ ਆ ਉਹ ਵੀ ਆਪਣੀ ਪ੍ਰਾਈਸ ਨੂੰ ਕੀ ਕਰ ਲੈਂਦੀ ਆ ਘਟਾ ਲੈਂਦੀ ਆ ਜਿਸ ਕਾਰਨ ਜਿਹੜੀ ਫਰਮ ਏ ਦੇ ਪ੍ਰਾਈਸ ਘੱਟ ਕਰਨ ਦੇ ਨਾਲ ਉਸਦੀ ਡਿਮਾਂਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਨਕਰੀਮੈਂਟ ਹੁੰਦਾ ਹੈ ਨਾ ਬਰਾਬਰ ਹੁੰਦਾ ਹੈ। In other words, for downward price movements from point C, the relevant portion of the firm A's demand curve will be CD dash of the demand curve DD dash. Second point is price increase. अगर फर्म A अपने प्राइस ਨੂੰ ਇਨਕਰੀਜ਼ ਕਰਦੀ ਆ ਤਾਂ ਉਸਦੀ ਕੰਪੀਟੀਟਰ ਜਾਂ ਰਾਈਵਲ ਫਰਮ ਆਪਣੇ ਪ੍ਰਾਈਸਿਸ ਨੂੰ ਇਨਕਰੀਜ਼ ਨਹੀਂ ਕਰਦੀ। Hence, for price rise, the relevant part of the demand curve will be elastic portion of small d and C. So, एक oligopolistic firm ਦੀ demand curve ਕੀ ਹੋਏਗੀ small d, C and D as shown in figure 4b. It will be characterized by kinked at the point C. That means ਇਹ ਜਿਹੜੀ demand curve ਆ ਇਹ ਕੀ ਹੁੰਦੀ ਆ kinked shaped ਹੁੰਦੀ ਆ ਕਿ ਸੀ ਪੁਆਇੰਟ ਤੋਂ ਇੱਕ ਇਹਦਾ ਜਿਹੜੀ ਸ਼ੇਪ ਹੁੰਦੀ ਉਹ ਕਾਰਨਰ ਤੋਂ ਕਿੰਕਡ ਹੁੰਦੀ ਹੈ ਸੀ ਪੁਆਇੰਟ 'ਤੇ ਕਿਉਂਕਿ ਇਸ ਦਾ ਜਿਹੜਾ ਇਸ ਡਿਮਾਂਡ ਕਰਵ ਦੀ ਸਲੋਪ ਦੇ ਵਿੱਚ ਪੁਆਇੰਟ ਸੀ ਦੇ ਉੱਤੇ ਡਰਾਸਟਿਕਲੀ ਚੇਂਜਸ ਆਉਂਦਾ ਆ। OP ਪ੍ਰਾਈਸ ਦੈਟ ਇਜ਼ ਸੀ ਪੁਆਇੰਟ ਤੋਂ ਉੱਪਰ ਜਿਹੜੀ ਡਿਮਾਂਡ ਕਰਵ ਆ ਉਹ ਹਾਈਲੀ ਇਲਾਸਟਿਕ ਹੁੰਦੀ ਆ ਐਂਡ ਪ੍ਰੀਵੇਲਿੰਗ ਪ੍ਰਾਈਸ ਦੇ ਨੀਚੇ ਦੈਟ ਇਜ਼ CD ਉਹ ਕੀ ਆ ਲੈਸ ਇਲਾਸਟਿਕ ਜਾਂ ਇਨ ਇਲਾਸਟਿਕ ਹੁੰਦੀ ਆ। ABEF ਇਹ ਜਿਹੜੀ ਕਰਵ ਆ ਇਹ ਕੀ ਮਾਰਜਨਲ ਰੈਵਨਿਊ ਕਰਵ ਆ ਜੋ ਕਿ ਕੋਰਸਪੋਂਡੈਂਸ ਆ ਟੂ ਦੀ ਕਿੰਕਡ ਡਿਮਾਂਡ ਕਰਵ। ਇਟ ਇਜ਼ ਆਲਸੋ ਹੈਜ਼ ਟੂ ਪਾਰਟਸ। ਇਸ ਦੇ ਵੀ ਦੋ ਪਾਰਟ ਆ AB ਪਾਰਟ ਆਫ ਦਾ ਮਾਰਜਨਲ ਰੈਵਨਿਊ ਕਰਵ ਜੋ ਕਿ DC ਪੋਰਸ਼ਨ ਆਫ ਡਿਮਾਂਡ ਕਰਵ ਦੇ ਕੋਰਸਪੋਂਡੈਂਸ ਆ ਐਂਡ EF ਜੋ ਕਿ CD ਡੈਸ਼ ਦੇ ਕੋਰਸਪੋਂਡੈਂਸ ਆ। ਬਿਕੋਜ਼ ਆਫ ਦਾ ਡਿਫਰੈਂਸ ਇਨ ਇਲਾਸਟਿਸਿਟੀ ਆਫ ਡਿਮਾਂਡ ਕਿਉਂਕਿ ਡਿਮਾਂਡ ਕਰਵ ਦੇ ਅੱਪਰ ਪੋਰਸ਼ਨ ਵਿੱਚ ਇਹ ਕੀ ਹਾਈਲੀ ਇਲਾਸਟਿਕ ਹੈ ਇਹ ਕੀ ਲੈਸ ਇਲਾਸਟਿਕ ਆ ਇਸ ਕਾਰਨ ਜਿਹੜੀ ਮਾਰਜਨਲ ਰੈਵਨਿਊ ਕਰਵ ਦੇ ਵਿੱਚ ਡਿਸਕੰਟੀਨਿਊਟੀ ਜਾਂ ਗੈਪ ਆਉਂਦਾ ਆ ਇਨ ਬੋਥ ਪਾਰਟਸ ਦੇ ਵਿੱਚ AB ਅਤੇ EF ਦੇ ਵਿੱਚ। ਨੈਕਸਟ ਇਜ਼ ਪ੍ਰਾਈਸ ਰਿਜਿਡਿਟੀ। Figure 4 explain price rigidity from demand side as well as supply side as follow. First point is demand side explanation. Kinked demand curve ਇਹ ਰਿਵੀਲ ਕਰਦਾ ਕਿ ਅਗਰ ਕੋਈ ਵੀ ਫਰਮ ਆਪਣੇ ਪ੍ਰੀਵੇਲਿੰਗ ਪ੍ਰਾਈਸ ਦੇ ਵਿੱਚ ਕੋਈ ਵੀ ਚੇਂਜਸ ਕਰਦੀ ਆ ਤਾਂ ਉਸ ਦੇ ਨਾਲ ਉਸ ਦੇ ਉੱਪਰ ਉਸ ਦਾ ਬੈਡ ਇਫੈਕਟ ਹੀ ਪੈਂਦਾ ਵਰਸ ਇਫੈਕਟ ਪੈਂਦਾ ਹੈ। ਅਗਰ ਇੱਕ ਫਰਮ ਆਪਣੀ ਪ੍ਰਾਈਸਿਸ ਨੂੰ ਪ੍ਰੀਵੇਲਿੰਗ ਪ੍ਰਾਈਸ ਤੋਂ ਘੱਟ ਰੱਖਦੀ ਆ ਅਤੇ ਉਸ ਦੇ ਕਾਰਨ ਜਿਹੜੀ ਉਸਦੀ ਰਾਈਵਲ ਫਰਮ ਆ ਉਹ ਵੀ ਆਪਣੀ ਪ੍ਰਾਈਸਿਸ ਨੂੰ ਘੱਟ ਕਰ ਦਿੰਦੀਆਂ ਸੋ ਜਿਸ ਕਾਰਨ ਉਸਦੇ ਜਿਹੜੇ
ਜਿਸ ਕਾਰਨ ਫਰਮ ਏ ਦੀ ਵਿੱਚ ਜਿਹੜੀ ਸੇਲ ਇਨਕਰੀਜ਼ ਹੁੰਦੀ ਉਹ ਬਹੁਤ ਹੀ ਘੱਟ ਹੁੰਦੀ ਆ, ਜਿਸ ਕਾਰਨ ਉਸਨੂੰ ਬਹੁਤ ਜ਼ਿਆਦਾ ਬੈਨੀਫਿਟਸ ਨਹੀਂ ਹੁੰਦਾ। ਔਨ ਦਾ ਅਦਰ ਹੈਂਡ ਅਗਰ ਫਰਮ ਆਪਣੇ ਪ੍ਰਾਈਸ ਪ੍ਰੀਵੇਲਿੰਗ ਪ੍ਰਾਈਸ ਤੋਂ ਜ਼ਿਆਦਾ ਚਾਰਜ ਕਰਦੀ ਆ ਬਟ ਰਾਈਵਲ ਫਰਮ ਆਪਣੀ ਪ੍ਰਾਈਸਿਸ ਨੂੰ ਇਨਕਰੀਜ਼ ਨਹੀਂ ਕਰਦੀਆਂ, ਜਿਸ ਕਾਰਨ ਉਸਦੀ ਜਿਹੜੀ ਫਸਟ ਫਰਮ ਜਿਹੜੀ ਏ ਆ ਉਸਦੀ ਜਿਹੜੀ ਡਿਮਾਂਡ ਆ ਉਹ ਘੱਟ ਜਾਂਦੀ ਆ। ਇਸ ਕਾਰਨ ਪ੍ਰਾਈਸਿਸ ਵਿੱਚ ਪ੍ਰੀਵੇਲਿੰਗ ਪ੍ਰਾਈਸ ਦੇ ਵਿੱਚ ਚੇਂਜ ਕਰਨਾ ਫਰਮਸ ਦੇ ਲਈ ਬੈਨੀਫੀਸ਼ੀਅਲ ਨਹੀਂ ਹੁੰਦਾ। ਸੈਕਿੰਡ ਪੁਆਇੰਟ ਇਜ਼ ਸਪਲਾਈ ਸਾਈਡ ਐਕਸਪਲੇਨੇਸ਼ਨ। The other reason for price rigidity under non-collusive oligopoly comes from the supply or cost side. That means ਕਿ ਅਗਰ ਕੋਈ ਫਰਮ ਆਪਣੀ ਸਬਸਟੈਂਸ਼ੀਅਲ ਕਾਸਟ ਦੇ ਵਿੱਚ ਚੇਂਜ ਕਰਦੀ ਆ ਦੈਨ ਉਸ ਦੇ ਨਾਲ ਉਸਦੇ ਪ੍ਰਾਈਸ ਅਤੇ ਆਊਟਪੁੱਟ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਪੈਂਦਾ। ਇਟ ਇਜ਼ ਕਲੀਅਰ ਫਰੋਮ ਫਿਗਰ 4 ਕਿ ਮਾਰਜਨਲ ਕਾਸਟ ਕਰਵ ਸ਼ਿਫਟ ਕਰਦੀ ਹੈ MC ਤੋਂ MC1, ਜਿਸ ਦੇ ਨਾਲ ਪ੍ਰਾਈਸ ਤੇ ਆਊਟਪੁੱਟ ਦੇ ਵਿੱਚ ਬਟ ਕੋਈ ਵੀ ਇਫੈਕਟ ਨਹੀਂ ਪੈਂਦਾ ਹੈਗਾ। ਮਾਰਜਨਲ ਰੈਵਨਿਊ ਕਰਵ ਫਿਰ ਵੀ ਇਕੁਅਲ ਰਹਿੰਦੀ ਹੈ ਮਾਰਜਨਲ ਕਾਸਟ ਔਰ MC1 ਦੇ ਐਟ ਆਊਟਪੁੱਟ OQ ਐਂਡ ਪ੍ਰਾਈਸ OP ਤੇ। ਨੈਕਸਟ ਇਜ਼ ਕ੍ਰਿਟਿਸਿਜ਼ਮ। ਫਸਟ ਪੁਆਇੰਟ ਇਜ਼ ਡਜ਼ ਨੋਟ ਐਕਸਪਲੇਨ ਪ੍ਰਾਈਸ ਡਿਟਰਮੀਨੇਸ਼ਨ। ਜਿਹੜਾ ਕਿੰਗਡ ਡਿਮਾਂਡ ਕਰਵ ਨੂੰ ਇਸ ਕਰਕੇ ਵੀ ਕ੍ਰਿਟੀਸਾਈਜ਼ ਕੀਤਾ ਗਿਆ ਬਿਕੋਜ਼ ਇਹ ਐਕਸਪਲੇਨ ਨਹੀਂ ਕਰਦੀ ਕਿ ਜਿਹੜਾ ਪ੍ਰੀਵੇਲਿੰਗ ਪ੍ਰਾਈਸ ਆ ਉਹ ਡਿਟਰਮਿਨ ਕਿਸ ਤਰ੍ਹਾਂ ਕੀਤਾ ਗਿਆ। ਇਹ ਜਸਟ ਸਿੰਪਲ ਇੰਨਾ ਹੀ ਐਕਸਪਲੇਨ ਕਰਦੀ ਹੈ ਕਿ ਇੱਕ ਓਲੀਗੋਪੋਲਿਸਟਿਕ ਨੂੰ ਪ੍ਰੀਵੇਲਿੰਗ ਪ੍ਰਾਈਸ ਨੂੰ ਚੇਂਜ ਕਿਉਂ ਨਹੀਂ ਕਰਨਾ ਚਾਹੀਦਾ ਐਂਡ ਇੱਕ ਓਲੀਗੋਪੋਲਿਸਟਿਕ ਨੂੰ ਰੀਜ਼ਨੇਬਲ ਪ੍ਰੋਫਿਟ ਯੀਲਡ ਕਰਨ ਦੇ ਲਈ ਸਿਰਫ ਪ੍ਰੀਵੇਲਿੰਗ ਪ੍ਰਾਈਸ ਹੀ ਚਾਰਜਸ ਕਰਨੇ ਚਾਹੀਦੇ ਆਪਣੇ ਪ੍ਰੋਡਕਟ ਦੀ, ਬਟ ਪ੍ਰੀਵੇਲਿੰਗ ਪ੍ਰਾਈਸ ਕਿਸ ਤਰ੍ਹਾਂ ਡਿਟਰਮਿਨ ਹੁੰਦਾ ਹੈ ਇਹ ਉਸ ਚੀਜ਼ ਨੂੰ ਐਕਸਪਲੇਨ ਨਹੀਂ ਕਰਦਾ। In short, the kinked demand curve explain price rigidity but not price itself. The theory of kinked demand curve is based on the assumption that other firms will follow price decrease but not price increase. That means कि ਥਿਊਰੀ ਆਫ ਕਿੰਗਡ ਡਿਮਾਂਡ ਇਸ ਅਜ਼ੰਪਸ਼ਨ 'ਤੇ ਬੇਸਡ ਹੁੰਦੀ ਆ ਕਿ ਅਗਰ ਇੱਕ ਫਰਮ ਆਪਣੀ ਪ੍ਰਾਈਸਿਸ ਘਟਾਉਂਦੀ ਆ ਤਾਂ ਰਾਈਵਲ ਫਰਮ ਵੀ ਆਪਣੀ ਪ੍ਰਾਈਸਿਸ ਨੂੰ ਡਿਕਰੀਜ਼ ਕਰ ਲੈਂਦੀ ਆ, ਬਟ ਅਗਰ ਇੱਕ ਫਰਮ ਆਪਣੀ ਪ੍ਰਾਈਸਿਸ ਨੂੰ ਇਨਕਰੀਜ਼ ਕਰਦੀ ਆ ਤਾਂ ਉਸਦੀ ਰਾਈਵਲ ਫਰਮਸ ਆਪਣੀ ਪ੍ਰਾਈਸਿਸ ਨੂੰ ਇਨਕਰੀਜ਼ ਨਹੀਂ ਕਰਦੀਆਂ। These assumptions of kinked demand theory could not be proved empirically. Next point is ignore non-price competition. The price rigidity theory does not take into consideration non-price competition. ਨੋਨ ਪ੍ਰਾਈਸ ਕੰਪੀਟੀਸ਼ਨ ਕੀ ਹੁੰਦਾ ਹੈ ਕਿ ਜਦੋਂ ਇੱਕ ਫਰਮ ਆਪਣੇ ਪ੍ਰੋਡਕਟ ਦੀ ਡਿਮਾਂਡ ਨੂੰ ਇਨਕਰੀਜ਼ ਕਰਨ ਦੇ ਲਈ ਪ੍ਰਾਈਸ ਵਿੱਚ ਕੋਈ ਚੇਂਜ ਨਹੀਂ ਕਰਦੀ ਬਟ ਆਪਣੇ ਪ੍ਰੋਡਕਟ ਦੇ ਨਾਲ ਕੁਝ ਹੋਰ ਬਹੁਤ ਸਾਰੀਆਂ ਜਿੱਦਾਂ ਲਾਈਕ ਕੋਈ ਗਿਫਟਸ ਪ੍ਰੋਵਾਈਡ ਕਰ ਦਿੰਦੀ ਆ ਕਿ ਲਾਈਕ ਕਿ ਉਹਨਾਂ ਦੇ ਇੱਕ ਪ੍ਰੋਡਕਟ ਲੈਣ ਦੇ ਨਾਲ ਦੂਸਰਾ ਫ੍ਰੀ ਮਿਲੇਗਾ, ਇਸ ਤਰ੍ਹਾਂ ਦੀਆਂ ਹੋਰ ਨੋਨ ਪ੍ਰਾਈਸ ਕੰਪੀਟੀਸ਼ਨ ਨੂੰ ਕਿੰਕਡ ਡਿਮਾਂਡ ਥਿਊਰੀ ਦੇ ਵਿੱਚ ਇਗਨੋਰ ਕੀਤਾ ਗਿਆ। Next is ignore competitive reaction. ਕਿੰਕਡ ਡਿਮਾਂਡ ਕਰਵ ਐਨਾਲਾਈਸਿਸ ਦੇ ਵਿੱਚ ਕੰਪੀਟੀਟਿਵ ਰਿਐਕਸ਼ਨਸ ਨੂੰ ਵੀ ਇਗਨੋਰ ਕੀਤਾ ਗਿਆ, ਉਸ ਚੀਜ਼ ਨੂੰ ਐਕਸਪਲੇਨ ਨਹੀਂ ਕੀਤਾ ਗਿਆ ਪ੍ਰੋਪਰਲੀ।